ਦੋਸਤੋ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਗੱਲ ਕਰਾਂਗੇ ਅਮਰ ਸਿੰਘ ਚਮਕੀਲਾ ਜੀ ਦੇ ਨਾਲ 3-4 ਸਾਲ ਲਗਾਤਾਰ ਢੋਲਕ ਵਜਾਉਣ ਵਾਲੇ ਸੱਤੇ ਸਤਨੌਰ ਵਾਲੇ ਦੀ। ਮੈਂ ਅਮਰਜੋਤ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਲੁਧਿਆਣਾ ਵਿਖੇ ਸਨਮੁਖ ਸਿੰਘ ਆਜ਼ਾਦ ਜੀ ਦੇ ਘਰੇ ਮੇਰੀ ਬੇਟੀ ਜੋਤੀ ਨੂੰ ਢਿੱਡ ਤੇ ਬਿਠਾ ਕੇ ਖਿਡਾਉਂਦੀ ਹੁੰਦੀ ਸੀ। ਉਹ ਮੇਰੀ ਬੇਟੀ ਨੂੰ ਬਹੁਤ ਪਿਆਰ ਕਰਦੀ ਸੀ। ਉਸ ਸਮੇਂ ਮੈਂ ਤੇ ਮੇਰੀ ਪਤਨੀ ਮੁਖੇ ਦੇ ਘਰੇ ਚਲੇ ਜਾਂਦੇ ਸੀ। ਉੱਥੋਂ ਮੈਂ ਪ੍ਰੋਗਰਾਮ ਤੇ ਚਲਾ ਜਾਂਦਾ ਸੀ ਤੇ ਅਮਰਜੋਤ ਵੀ ਉੱਥੇ ਕਦੇ-ਕਦੇ ਆ ਜਾਂਦੀ ਸੀ। ਅਮਰਜੋਤ ਇੱਕ ਮਹਾਨ ਗਾਇਕਾ ਸੀ। ਅਮਰਜੋਤ ਵਿੱਚ ਬਹੁਤ ਜ਼ਿਆਦਾ ਗੁਣ ਸਨ ਜੋ ਅੱਜ ਕੱਲ੍ਹ ਦੀ ਕਿਸੇ ਵੀ ਗਾਇਕਾ 'ਚੋਂ ਲੱਭਣੇ ਬਹੁਤ ਮੁਸ਼ਕਲ ਹਨ। ਅਮਰਜੋਤ ਸ਼ਹਿਰ ਫਰੀਦਕੋਟ ਦੀ ਜੰਮਪਲ ਸੀ। ਉਹਨਾਂ ਦੇ ਘਰ ਵਿੱਚ ਸੰਗੀਤਕ ਮਾਹੌਲ ਪਹਿਲਾਂ ਤੋਂ ਹੀ ਇਸ ਕਰਕੇ ਗਾਇਕੀ ਦੀ ਚਣਕ ਉਸ ਨੂੰ ਘਰੋਂ ਹੀ ਲੱਗੀ। ਅਮਰਜੋਤ ਨੇ ਮਾਰਕੀਟ ਵਿੱਚ ਕਾਫੀ ਸੰਘਰਸ਼ ਕੀਤਾ, ਪਰ ਜਦੋਂ ਉਸ ਦਾ ਸੈੱਟ ਚਮਕੀਲਾ ਜੀ ਨਾਲ ਬਣ ਗਿਆ ਤਾਂ ਬਹਿਜਾ ਹੋ ਗਈ। ਫਿਰ ਚੱਲ ਸੋ ਚੱਲ ਅਮਰਜੋਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਮਰਜੋਤ ਇੱਕ ਮਹਾਨ ਗਾਇਕਾ ਵੀ ਬਣੀ, ਪਰ ਉਸਨੇ ਕਲਾ ਬਾਰੇ ਕਦੇ ਹੰਕਾਰ ਨਹੀਂ ਕੀਤਾ। ਉਸਨੇ ਕਦੇ ਇਹ ਨਹੀਂ ਸਮਝਿਆ ਕਿ ਮੈਂ ਇੰਨੀ ਵੱਡੀ ਗਾਇਕਾ ਹਾਂ। ਉਹ ਕਹਿੰਦੀ ਹੁੰਦੀ ਸੀ ਕਿ ਮੈਨੂੰ ਗਾਉਣਾ ਗੂਣਾ ਨਹੀਂ ਆਉਂਦਾ। ਉਸਨੇ ਕਦੇ ਕੋਈ ਇੰਨਾ ਹਾਰ ਸ਼ਿੰਗਾਰ ਵੀ ਨਹੀਂ ਕੀਤਾ। ਅਖਾੜੇ ਤੇ ਅਮਰਜੋਤ ਉਹੀ ਸੂਟ ਰੱਖਦੀ ਸੀ ਜੋ ਘਰੋਂ ਪਾ ਕੇ ਜਾਂਦੀ ਸੀ। ਉਸ ਸਮੇਂ ਮਾਹੌਲ ਖਰਾਬ ਹੋਣ ਕਰਕੇ ਅਸੀਂ 2-3 ਘੰਟੇ ਅਖਾੜਾ ਲਗਾ ਕੇ ਰਸਤੇ ਵਿੱਚ ਕਿਤੇ ਨਹੀਂ ਰੁਕਦੇ ਸੀ। ਜਦੋਂ ਅਸੀਂ ਗੁਰਦਾਸਪੁਰ ਤੇ ਅੰਮ੍ਰਿਤਸਰ ਇਲਾਕੇ ਵਿੱਚ ਪ੍ਰੋਗਰਾਮ ਕਰਨ ਜਾਣਾ ਤਾਂ ਅਸੀਂ ਆਉਂਦੇ ਸਮੇਂ ਰਾਹ ਵਿੱਚੋਂ ਦਾਣੇ ਜਾਂ ਅਮਰੂਦ ਲੂਣ ਲਵਾ ਕੇ ਕਟਵਾ ਲੈਂਦੇ ਸੀ। ਅਮਰਜੋਤ ਆਖਦੀ ਸੀ, ਅਮਰ ਮੱਕੀ ਦੇ ਦਾਣੇ ਲੈ ਲਓ ਜਾਂ ਅਮਰੂਦ ਕਟਾ ਲਓ ਸਾਰਿਆਂ ਲਈ, ਫਿਰ ਅਸੀਂ ਗੱਡੀ 'ਚ ਬਹਿ ਕੇ ਖਾਵਾਂਗੇ। ਕਿਉਂਕਿ ਉਸ ਸਮੇਂ ਮਾਹੌਲ ਖਰਾਬ ਹੋਣ ਕਰਕੇ ਸਾਨੂੰ ਡਰ ਹੁੰਦਾ ਸੀ ਕਿ ਕਿਤੇ ਕੋਈ ਸਾਨੂੰ ਮਾਰ ਹੀ ਨਾ ਦੇਵੇ। ਦੂਜਾ, ਜਿੱਥੇ ਲੋਕ ਚਮਕੀਲੇ ਨੂੰ ਵੇਖ ਲੈਂਦੇ ਸਨ ਉੱਥੇ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਸੀ। ਇਸ ਕਰਕੇ ਅਸੀਂ ਰਸਤੇ 'ਚ ਕਿਤੇ ਨਹੀਂ ਖੜ੍ਹਦੇ ਸੀ। ਸਮਾਂ ਹੀ ਇੰਨਾ ਮਾੜਾ ਸੀ ਕਿ ਸ਼ੁਕਰ ਕਰਦੇ ਸੀ ਜਦੋਂ ਲੁਧਿਆਣੇ ਆ ਜਾਂਦੇ ਸੀ। ਸਾਨੂੰ ਸਾਰਿਆਂ ਨੂੰ ਇੰਨਾ ਡਰ ਹੁੰਦਾ ਸੀ ਕਿ ਅਸੀਂ ਜਾਂਦੇ ਸਮੇਂ ਤੱਕ ਸਾਰੇ ਖੁਸ਼ ਹੁੰਦੇ ਸੀ, ਪਰ ਆਉਂਦੇ ਸਮੇਂ ਡਰ ਕਾਰਨ ਚੁੱਪ ਹੀ ਰਹਿੰਦੇ ਸੀ। ਕਿਉਂਕਿ ਅਖਾੜੇ 'ਚ ਇਕੱਠ ਜ਼ਿਆਦਾ ਹੋਣ ਕਰਕੇ ਸਾਨੂੰ ਡਰ ਹੁੰਦਾ ਸੀ ਕਿ ਕੋਈ ਮਾਰਨ ਵਾਲਾ ਸਾਡੇ ਮਗਰ ਹੀ ਨਾ ਲੱਗ ਜਾਵੇ। ਜਦੋਂ ਅਸੀਂ ਗੱਡੀ 'ਚ ਹੱਸਦੇ ਗੱਲਾਂ ਕਰਨੀਆਂ ਕਿ ਹੁਣ ਤਾਂ ਸਾਨੂੰ ਕਿਸੇ ਨਾ ਕਿਸੇ ਦਿਨ ਕਿਸੇ ਨੇ ਮਾਰ ਹੀ ਦੇਣਾ, ਤਾਂ ਅਮਰਜੋਤ ਆਖਦੀ ਸੀ, ਜੇ ਮਰਨਾ ਤਾਂ ਅਸੀਂ ਇਕੱਠੇ ਹੀ ਮਰਨਾ, ਜੋ ਮਾਲਕ ਨੇ ਲਿਖਿਆ ਹੋਣਾ ਤਾਂ ਉਹੀ ਹੈ। ਅਮਰਜੋਤ ਨੂੰ ਖਾਣ ਲਈ ਜੋ ਵੀ ਮਿਲਦਾ ਸੀ ਉਹ ਖਾ ਲੈਂਦੀ ਸੀ। ਕਦੇ ਉਸਨੇ ਇਹ ਨਹੀਂ ਕਿਹਾ ਕਿ ਮੈਨੂੰ ਆਹ ਖਾਣ ਵਾਲੀ ਚੀਜ਼ ਪਸੰਦ ਹੈ, ਮੈਨੂੰ ਉਹ ਪਸੰਦ ਹੈ, ਕੋਈ ਹੋਰ ਲੈ ਕੇ ਆਓ। ਉਸ ਸਮੇਂ ਚਮਕੀਲਾ ਜੀ ਦਾ ਇੱਕ ਅਸੂਲ ਸੀ ਕਿ ਮੀਟ, ਆਂਡਾ, ਸ਼ਰਾਬ ਨੂੰ ਪ੍ਰੋਗਰਾਮ ਤੋਂ ਪਹਿਲਾਂ ਕੋਈ ਹੱਥ ਨਹੀਂ ਲਾਵੇਗਾ। ਉਹ ਕਹਿੰਦੇ ਸਨ ਕਿ ਜੋ ਕੁਝ ਵੀ ਖਾਣਾ ਪੀਣਾ ਹੈ ਅਖਾੜੇ ਤੋਂ ਬਾਅਦ ਲੁਧਿਆਣੇ ਆ ਕੇ ਖਾਓ। ਅਮਰਜੋਤ ਇੱਕ ਐਸੀ ਔਰਤ ਸੀ ਕਿ ਉਸਨੇ ਚਮਕੀਲੇ ਨੂੰ ਇਹ ਕਦੇ ਨਹੀਂ ਕਿਹਾ ਕਿ ਤੁਸੀਂ ਇਹਨਾਂ ਸਾਜੀਆਂ ਨਾਲ ਬੈਠ ਕੇ ਕਿਉਂ ਪੀਂਦੇ ਹੋ। ਅਮਰਜੋਤ ਜਦੋਂ ਕਾਰ 'ਚ ਬੈਠ ਕੇ ਜਾਂਦੀ ਸੀ ਤਾਂ ਉਹ ਬਿਨਾਂ ਮਤਲਬ ਕਿਸੇ ਸਾਜੀ ਨਾਲ ਗੱਲ ਨਹੀਂ ਸੀ ਕਰਦੀ, ਪਰ ਜਦੋਂ ਕੋਈ ਹਾਸੇ ਮਜ਼ਾਕ ਵਾਲੀ ਗੱਲ ਛਿੜਦੀ ਸੀ ਤਾਂ ਉਹ ਜ਼ੋਰ ਨਾਲ ਹੱਸ ਪੈਂਦੀ ਸੀ। ਅਸੀਂ ਜਦੋਂ ਬਾਹਰ ਗਏ ਸੀ ਤਾਂ ਪ੍ਰਮੋਟਰ ਜਿਨ੍ਹਾਂ ਦੇ ਘਰੇ ਅਸੀਂ ਰਹਿੰਦੇ ਸੀ ਉਹ ਆਪ ਤਾਂ ਕੰਮ 'ਤੇ ਚਲੇ ਜਾਂਦੇ ਸੀ। ਰੋਟੀ ਤਿਆਰ ਕਰਨ ਵੇਲੇ ਅਮਰਜੋਤ ਸਾਨੂੰ ਆਖਦੀ ਸੀ, ਤੁਸੀਂ ਸਬਜ਼ੀ ਕੱਟ ਦਿਓ, ਬਣਾ ਮੈਂ ਦੇਵਾਂਗੀ ਅਤੇ ਫੁਲਕੇ ਵੀ ਮੈਂ ਹੀ ਲਾ ਦੇਵਾਂਗੀ। ਅਮਰਜੋਤ ਕਿਸੇ ਨੂੰ ਵੀ ਬੁਰੀ ਨਿਗਾਹ ਨਾਲ ਨਹੀਂ ਦੇਖਦੀ ਸੀ ਅਤੇ ਨਾ ਹੀ ਕੋਈ ਇੱਧਰ ਦੀ ਉੱਧਰ ਗੱਲ ਕਰਦੀ ਸੀ। ਉਹ ਬਸ ਆਪਣੇ ਕੰਮ ਵਿੱਚ ਹੀ ਲੱਗੀ ਰਹਿੰਦੀ ਸੀ। ਸਟੇਜ 'ਤੇ 2 ਘੰਟੇ ਪ੍ਰੋਗਰਾਮ 'ਤੇ ਉਹ ਐਸਾ ਗਾਣਾ ਗਾਉਂਦੀ ਸੀ ਅਤੇ ਤਾੜੀ ਮਾਰਦੀ ਸੀ ਕਿ ਲੋਕ ਉਸ ਵੱਲ ਵੇਖਦੇ ਹੀ ਰਹਿ ਜਾਂਦੇ ਸਨ। ਉਸ ਸਮੇਂ ਲੋਕ ਚਮਕੀਲਾ ਜੀ ਨਾਲ ਸਿਰਫ ਅਮਰਜੋਤ ਨੂੰ ਹੀ ਸੁਣਨਾ ਪਸੰਦ ਕਰਦੇ ਸਨ। ਉਸ ਸਮੇਂ ਅਮਰਜੋਤ ਦਾ ਭਰਾ ਪੱਪੂ ਗੱਡੀ ਦਾ ਡਰਾਈਵਰ ਸੀ। ਉਸ ਸਮੇਂ ਮਾਹੌਲ ਖਰਾਬ ਹੋਣ ਕਰਕੇ ਮੈਨੂੰ ਡਰ ਹੁੰਦਾ ਸੀ ਕਿ ਕਿਹੜੀ ਘੜੀ ਬਸ ਪ੍ਰੋਗਰਾਮ ਖਤਮ ਹੋ ਜਾਵੇ ਅਤੇ ਅਸੀਂ ਫਟਾਫਟ ਗੱਡੀ 'ਚ ਬਹਿ ਜਾਈਏ। ਅਮਰਜੋਤ ਕੋਲ ਕਾਪੀ ਤੇ ਪਰਸ ਹੁੰਦਾ ਸੀ
ਤੇ ਉਹ ਚਮਕੀਲਾ ਜੀ ਨਾਲ ਜਲਦੀ ਗੱਡੀ 'ਚ ਜਾ ਕੇ ਬਹਿ ਜਾਂਦੀ ਸੀ। ਪਰ ਸਾਨੂੰ ਸਾਜ ਬੈਗ 'ਚ ਪਾਉਣ ਲੱਗਣ ਲੱਗੇ ਸਮਾਂ ਲੱਗ ਜਾਂਦਾ ਸੀ। ਇਸ ਕਰਕੇ ਮੈਂ ਕੱਪੜੇ ਵਾਲੇ ਬੈਗ ਦੇ ਉੱਪਰ ਹੀ ਮ੍ਰਿਦੰਗ ਰੱਖ ਲੈਂਦਾ ਸੀ ਤਾਂ ਕਿ ਪ੍ਰੋਗਰਾਮ ਖਤਮ ਹੋਣ ਤੇ ਗੱਡੀ ਤੱਕ ਜਲਦੀ ਤੋਂ ਜਲਦੀ ਪਹੁੰਚਿਆ ਜਾ ਸਕੇ। ਇੱਕ ਵਾਰ ਅਖਾੜੇ ਸਮੇਂ ਇੱਕ ਬੰਦਾ ਮੈਨੂੰ ਗੀਤ ਦੀ ਫਰਮਾਇਸ਼ ਲਈ ਆਖ ਰਿਹਾ ਸੀ ਕਿ ਤੂੰ ਚਮਕੀਲੇ ਨੂੰ ਕਹਿ ਉਹ ਟਕੂਏ ਤੇ ਟਕੂਆ ਖੜਕੇ ਦਗਾਣਾ ਸੁਣਾ ਦੇਵੇ। ਪਰ ਜਦੋਂ ਚਮਕੀਲੇ ਨੇ ਅੰਤ ਤੱਕ ਉਸਦੇ ਗੀਤ ਦੀ ਫਰਮਾਇਸ਼ ਪੂਰੀ ਨਹੀਂ ਕੀਤੀ ਤਾਂ ਉਸ ਬੰਦੇ ਨੇ ਅਖਾੜਾ ਖਤਮ ਹੋਣ ਤੇ ਮੇਰੇ ਬੈਗ ਦੀ ਰੱਸੀ ਫੜ ਲਈ। ਪਰ ਮੈਂ ਭੱਜ ਕੇ ਢੋਲਕੀ ਗੱਡੀ ਵਿੱਚ ਸੁੱਟੀ ਤੇ ਚਮਕੀਲੇ ਨੂੰ ਬਹੁਤ ਗੁੱਸੇ ਵਿੱਚ ਬੋਲਿਆ, ਤੁਸੀਂ ਸਾਨੂੰ ਇੱਦਾਂ ਹੀ ਮਰਾ ਦੇਣਾ ਕਿਸੇ ਦਿਨ, ਜੇ ਮੈਂ ਉਹਦੇ ਹੱਥ ਆ ਜਾਂਦਾ ਫੇਰ। ਇਹ ਗੱਲ ਸੁਣ ਕੇ ਅਮਰਜੋਤ ਉਸੇ ਵੇਲੇ ਆਖਣ ਲੱਗੀ, ਅਮਰ ਤੁਸੀਂ ਗੀਤ ਸੁਣਾ ਦੇਣਾ ਸੀ, ਜੇ ਕੋਈ ਉੱਥੇ ਨੁਕਸਾਨ ਹੋ ਜਾਂਦਾ ਫਿਰ। ਇੱਕ ਵਾਰ ਅਸੀਂ ਮਹਿਤਾ ਚੌਂਕ ਤੋਂ ਬਟਾਲਾ ਰੋਡ ਤੇ ਇੱਕ ਪ੍ਰੋਗਰਾਮ ਕਰਕੇ ਆਏ ਸੀ। ਆਉਂਦੇ ਸਮੇਂ ਸਾਡੇ ਮਗਰ ਇੱਕ ਫੀਟ ਕਾਰ ਲੱਗ ਗਈ ਸੀ। ਅਮਰਜੋਤ ਜੀ ਨੇ ਸਾਨੂੰ ਦੱਸਿਆ ਸੀ ਕਿ ਲੱਗਦਾ ਸਾਡੀ ਗੱਡੀ ਦਾ ਕੋਈ ਪਿੱਛਾ ਕਰ ਰਹੀ ਹੈ ਕਾਰ। ਇਸ ਗੱਲ ਤੇ ਚਮਕੀਲਾ ਜੀ ਮੈਨੂੰ ਆਖਣ ਲੱਗੇ, ਸੱਤੇ ਦੇਖ ਮਗਰ ਟਾਇਰ 'ਚ ਹਵਾ ਠੀਕ ਹੈ। ਮੈਂ ਆਖਿਆ ਭਾਜੀ ਹਵਾ ਤਾਂ ਠੀਕ ਹੈ, ਪਰ ਪਿੱਛੇ ਲੱਗਦਾ ਕਈ ਬੰਦੇ ਆ ਰਹੇ ਹਨ ਤੇ ਉਹਨਾਂ ਕੋਲ ਅਸਲਾ ਵੀ ਲੱਗਦਾ ਹੈ। ਉਹ ਸਾਨੂੰ ਰੁਕਣ ਲਈ ਹੱਥ ਵੀ ਮਾਰ ਰਹੇ ਹਨ। ਇਹ ਸੁਣ ਕੇ 10 ਕਿਲੋਮੀਟਰ ਤੱਕ ਪੱਪੂ ਨੇ ਗੱਡੀ ਇੰਨੀ ਭਜਾਈ ਕਿ ਉਹਨਾਂ ਦੀ ਗੱਡੀ ਲਾਗੇ ਹੀ ਨਹੀਂ ਲੱਗਣ ਦਿੱਤੀ। ਫਿਰ ਜਦੋਂ ਸਾਡੀ ਗੱਡੀ ਮੂਹਰੇ ਕੋਈ ਆ ਗਿਆ, ਕੋਈ ਅੜਿੱਕਾ ਬਣ ਗਿਆ, ਉਹਨਾਂ ਫੀਟ ਸਾਡੇ ਅੱਗੇ ਲਿਆ ਕੇ ਖੜੀ ਕਰ ਦਿੱਤੀ। ਅਸੀਂ ਡਰ ਗਏ ਕਿ ਹੁਣ ਨਹੀਂ ਬਚਦੇ। ਉਹਨਾਂ 'ਚੋਂ ਇੱਕ ਬੰਦੇ ਨੇ ਆਵਾਜ਼ ਮਾਰੀ ਕਿ ਚਮਕੀਲੇ ਬਾਹਰ ਆ, ਤੇਰਾ ਅਖਾੜਾ ਖਤਮ ਹੋਇਆ ਤੇ ਅਸੀਂ ਉਸੇ ਵੇਲੇ ਆ ਗਏ ਸੀ, ਪਰ ਤੁਸੀਂ ਚਲੇ ਗਏ। ਅਸੀਂ ਤਾਂ ਤੁਹਾਨੂੰ ਮਿਲਣ ਆਏ ਹਾਂ। ਮੈਂ ਆਖਿਆ ਸਾਡੇ ਦਾ ਸਰਦਾਰ ਜੀ ਹੁਣ ਸਾਹ 'ਚ ਸਾਹ ਆ। ਉਹ ਚਮਕੀਲੇ ਨੂੰ 1000 ਰੁਪਈਆ ਦੇ ਕੇ ਚਲੇ ਗਏ ਤੇ ਕਹਿ ਗਏ ਕਿ ਸਾਰੇ ਜਣੇ ਕੁਝ ਖਾ ਪੀ ਲਿਓ। ਜਦੋਂ ਅਮਰਜੋਤ ਦੀ ਜਗ੍ਹਾ ਹਰਨੀਤ ਨੀਤੂ ਅਖਾੜੇ ਤੇ ਚਮਕੀਲੇ ਨਾਲ ਜਾਣ ਲੱਗ ਪਈ ਸੀ ਤਾਂ ਕਿਸੇ ਨੇ ਪੱਪੂ ਨੂੰ ਦੱਸ ਦਿੱਤਾ ਸੀ, ਤੇਰੀ ਭੈਣ ਅਮਰਜੋਤ ਦਾ ਪੱਤਾ ਕੱਟਿਆ ਜਾਣਾ ਓਏ। ਇਸ ਕਰਕੇ ਅਮਰਜੋਤ ਆਪਣਾ ਛੋਟਾ ਮੁੰਡਾ ਫਰੀਦਕੋਟ ਛੱਡ ਕੇ ਛੇਤੀ ਹੀ ਪ੍ਰੋਗਰਾਮਾਂ ਤੇ ਆ ਗਈ ਸੀ। ਕਈ ਵਾਰ ਸਾਡੇ ਪ੍ਰੋਗਰਾਮ ਖਰਾਬ ਵੀ ਚਲੇ ਜਾਂਦੇ ਸੀ। ਇੱਕ ਵਾਰ ਜਦੋਂ ਚਮਕੀਲਾ ਤੇ ਹਰਨੀਤ ਨੀਤੂ ਦਾ ਮੇਰਠ ਪ੍ਰੋਗਰਾਮ ਸੀ, ਉਦੋਂ ਮੈਂ ਵੀ ਉਹਨਾਂ ਦੇ ਨਾਲ ਸੀ। ਇਹ ਪ੍ਰੋਗਰਾਮ ਮਿਲਟਰੀ ਵਾਲਿਆਂ ਨੇ ਕਰਵਾਇਆ ਸੀ। ਉਹ ਸਮੇਂ ਦੇ ਪੱਕੇ ਹੁੰਦੇ ਸਨ, ਪਰ ਉਸ ਦਿਨ ਅਸੀਂ ਇਸ ਪ੍ਰੋਗਰਾਮ ਤੇ ਸਮੇਂ ਤੋਂ 1.5 ਘੰਟਾ ਲੇਟ ਪਹੁੰਚੇ ਸੀ। ਸਾਡਾ ਇਹ ਮੇਰਠ ਵਾਲਾ ਪ੍ਰੋਗਰਾਮ ਇੰਨਾ ਵਧੀਆ ਨਹੀਂ ਰਿਹਾ ਸੀ। ਉਦੋਂ ਮਿਲਟਰੀ ਵਾਲੇ ਸਾਨੂੰ ਆਖਦੇ ਸੀ, ਤੁਸੀਂ ਲੇਟ ਆਏ ਹੋ, ਤੁਹਾਨੂੰ ਪਿੱਠੂ ਲਾਉਣਾ। ਅੱਜ ਚਮਕੀਲੇ ਤੈਨੂੰ ਸਜ਼ਾ ਦੇਣੀ ਅਸੀਂ। ਪਰ ਸਜ਼ਾ ਦੇਣ ਦੀ ਬਜਾਏ ਫੌਜੀਆਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ। ਉੱਥੇ 2 ਗੀਤ ਹੀ ਬਸ ਗਾਏ ਸਨ ਚਮਕੀਲੇ ਤੇ ਹਰਨੀਤ ਨੀਤੂ ਨੇ। ਇੱਕ ਸੀ ਤਲਵਾਰ ਮੈਂ ਕਲਗੀ ਧਰਦੀ ਹਾਂ ਤੇ ਦੂਜਾ ਕਰਨਲ ਦੇ ਕਹਿਣ ਤੇ ਕੋਈ ਲੈ ਚੱਲਿਆ ਮਕੜਾਵੇ। ਇੱਕ ਵਾਰ ਪ੍ਰੋਗਰਾਮ ਕਰਨ ਅਸੀਂ ਬਾਹਰ ਗਏ ਤਾਂ ਪ੍ਰਮੋਟਰ ਨੇ ਕਿਹਾ ਸੀ ਕਿ ਪਹਿਲਾਂ ਧਾਰਮਿਕ ਗੀਤ ਗਾ ਕੇ ਫਿਰ ਤੁਸੀਂ ਹਾਸਾ ਖੇਡਾ ਸ਼ੁਰੂ ਕਰਨਾ। ਪਰ ਉੱਥੇ 2 ਸਰਦਾਰ ਜਿਨ੍ਹਾਂ ਨੇ ਕੇਸਰੀ ਪੱਗਾਂ ਬੰਨੀਆਂ ਹੋਈਆਂ ਸਨ, ਉਹ ਇਸ ਗੱਲ ਤੇ ਅੜ ਗਏ ਕਿ ਚਮਕੀਲੇ ਤੂੰ ਸਿਰਫ ਧਾਰਮਿਕ ਗੀਤ ਹੀ ਗਾਉਣੇ ਹਨ। ਪਰ ਅਮਰਜੋਤ ਤੇ ਚਮਕੀਲੇ ਕੋਲ ਇੰਨਾ ਮੈਟਰ ਨਹੀਂ ਸੀ ਧਾਰਮਿਕ। ਫਿਰ ਪ੍ਰਮੋਟਰ ਨੇ ਬਾਉਂਸਰ ਬੁਲਾਏ ਤੇ ਉਹ ਬੰਦੇ ਬਾਹਰ ਗਏ। ਫਿਰ ਅਸੀਂ 1 ਘੰਟਾ ਦੁਗਾਣੇ ਗਏ। ਇੱਕ ਵਾਰ ਗੁਰਦੁਆਰੇ ਪ੍ਰੋਗਰਾਮਾਂ ਤੇ ਡਾਲਰਾਂ ਦਾ ਢੇਰ ਲੱਗ ਗਿਆ ਸੀ, ਪਰ ਚਮਕੀਲਾ ਉਹਨਾਂ ਡਾਲਰਾਂ ਨੂੰ ਨਾਲ ਨਹੀਂ ਸੀ ਲੈ ਕੇ ਆਇਆ। ਉੱਥੇ ਉਹਨਾਂ ਨੇ ਚਮਕੀਲੇ ਦੇ ਦਸਤਾਰ ਸਜਾਈ ਸੀ ਤੇ ਆਖਿਆ ਸੀ ਕਿ ਇੱਥੋਂ ਵਾਅਦਾ ਕਰਕੇ ਜਾ ਕਿ ਹੁਣ ਵਧੀਆ ਗੀਤ ਗਾਵੇਂਗਾ। ਪਰ ਚਮਕੀਲਾ ਆਖਣ ਲੱਗਾ, ਮੈਂ ਕੋਈ ਉਹੋ ਜਿਹੇ ਗੀਤ ਜੋ ਪਹਿਲਾਂ ਗਾਏ ਹੁਣ ਗਾਉਂਦਾ ਹੀ ਨਹੀਂ। ਕੁਝ ਗੀਤ ਮੈਂ ਮਸ਼ਹੂਰ ਹੋਣ ਖਾਤਰ ਗਾ ਦਿੱਤੇ, ਪਰ ਗੱਲਾਂ ਉਹ ਸੱਚੀਆਂ ਨੇ। ਮੈਂ ਚਾਹੁੰਦਾ ਸੀ ਕਿ ਮਾਰਕੀਟ ਵਿੱਚ ਪਤਾ ਲੱਗ ਜਾਵੇ ਕਿ ਕੋਈ ਚਮਕੀਲਾ ਹੈਗਾ, ਕਿਉਂਕਿ ਜਾਂ ਤਾਂ ਬੰਦਾ ਕੋਈ ਚੰਗਾ ਕੰਮ ਕਰਕੇ ਲੋਕਾਂ ਦੀਆਂ ਨਜ਼ਰਾਂ 'ਚ ਆਉਂਦਾ, ਜਾਂ ਕੋਈ ਮਾੜਾ ਕੰਮ ਕਰਕੇ। ਤਾਂ ਦੋਸਤੋ, ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ? ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਜਾਣਕਾਰੀ ਨਾਲ। ਧੰਨਵਾਦ ਜੀ।